ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਪਹਿਲਾ। ਨਾਨਕ ਮੇਰ ਸਰੀਰ ਕਾ, ਇੱਕ ਰਥ ਇੱਕ ਰਥਵਾਹੁ। ਜੁਗ ਜੁਗ ਫੇਰ ਵਟਾਈਅਹੇ, ਗਿਆਨੀ ਬੁਝਹਿ ਤਾਹੇ। ਨਾਨਕ ਮੇਰ ਸਰੀਰ ਕਾ, ਇੱਕ ਰਥ ਇੱਕ ਰਥਵਾਹੁ। ਜੁਗ ਜੁਗ ਫੇਰ ਵਟਾਈਅਹੇ, ਗਿਆਨੀ ਬੁਝਹਿ ਤਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸ਼ਹਿਨशाह ਦਾਤਾਰ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਗੋਦ ਅੰਦਰ ਸੱਜ ਬੈਠੇ ਗੁਰੂ ਸਵਾਰੇ ਖਾਲਸਾ ਜੀ। ਆਓ ਸਾਹਿਬ ਨੇ ਤਰਸ ਦੇ ਘਰ ਵਿੱਚ ਆ ਕੇ ਸੁਭਾਗ ਬਖਸ਼ਿਆ ਹੈ। ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਇਲਾਹੀ ਬਾਣੀ ਆਸਾ ਕੀ ਵਾਰ, ਜੋ ਲੜੀਵਾਰ ਵਿਚਾਰ ਸਰਵਣ ਕਰ ਰਹੇ ਹਾਂ। 12 ਸ਼ਲੋਕ ਗੁਰੂ ਕਿਰਪਾ ਦੇ ਨਾਲ ਆਪਾਂ ਸਰਵਣ ਕੀਤੇ ਨੇ। ਆਓ 13ਵੇਂ ਸ਼ਲੋਕ ਦੇ ਅੰਦਰ ਹਜ਼ੂਰ ਦਾ ਤਾਰ ਪਾਤਸ਼ਾਹ ਜੋ ਆਸੀਸ ਬਖਸ਼ਦੇ ਨੇ, 13ਵੇਂ ਪਾਵਨ ਸ਼ਲੋਕ ਅੰਦਰ ਜੋ ਉਪਦੇਸ਼ ਬਖਸ਼ਦੇ ਨੇ, ਸਾਹਿਬ ਦੀਆਂ ਅਸੀਸਾਂ ਲਈਏ। ਅਰਦਾਸ ਕਰੋ ਮਾਲਕ ਜੀ, ਮਨ ਬਿਰਤੀਆਂ ਸੁਰਤ ਇੰਦਰੀਆਂ ਦੀ ਇਕਾਗਰਤਾ ਬਖਸ਼ਿਓ। ਪ੍ਰੇਮ ਭਾਵਨਾ ਪ੍ਰੀਤ ਪ੍ਰਤੀਤ ਦੀ ਦਾਤ ਦਿਓ, ਕੁਝ ਕਹਿਣ ਸੁਣਨ ਦਾ ਬਲ ਬਖਸ਼ਿਓ। ਆਓ ਜਿਤਨੇ ਮਾਲਕ ਦੀ ਗੋਦ ਅੰਦਰ ਜੁੜ ਬੈਠੇ ਹੋ, ਪਿਆਰ ਸਹਿਤ ਉਚਾਰਨ ਕਰੋ ਅਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹਲਾ ਪਹਿਲਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਇਸ ਪਾਵਨ 13ਵੇਂ ਸ਼ਲੋਕ ਦੇ ਅੰਦਰ ਜੋ ਰਹਿਮਤਾਂ ਬਖਸ਼ਦੇ ਨੇ, ਸਭ ਤੋਂ ਪਹਿਲਾਂ ਸਾਹਿਬ ਇਸ ਸਰੀਰ ਦਾ ਜ਼ਿਕਰ ਕਰਦੇ ਨੇ। ਪਹਿਲੇ ਸ਼ਲੋਕ ਦੇ ਜੋ ਇਸ ਸ਼ਲੋਕ ਦਾ ਪਹਿਲਾ ਪੜਾਅ ਹੈ, ਪਹਿਲੇ ਸ਼ਲੋਕ ਦੇ ਅੰਦਰ ਸਾਹਿਬ ਕਿਰਪਾ ਕਰਦੇ ਕਿ ਯੁੱਗਾਂ ਦੇ ਅੰਦਰ ਜੋ 4 ਯੁੱਗ ਇਸ ਧਰਤੀ ਦੇ ਉੱਤੇ, ਸਤਿਯੁੱਗ, ਤ੍ਰੇਤਾ, ਦੁਆਪਰ, ਕਲਯੁੱਗ, ਇਹਨਾਂ ਯੁੱਗਾਂ ਦੀ ਜੋ ਵਿਚਾਰ ਚੱਲਦੀ ਸੀ। ਹਾਲਾਂਕਿ ਸਤਿਗੁਰੂ ਜੀ ਇਸ ਸ਼ਲੋਕ ਦੇ ਵਿੱਚ ਪਹਿਲੇ ਪੜਾਅ ਦੇ ਵਿੱਚ ਵੀ ਦੱਸਣਗੇ ਕਿ ਗੁਰਮਤਿ ਕੀ ਕਹਿੰਦੀ ਹੈ, ਤੇ ਦੂਸਰੇ ਪੜਾਅ ਦੇ ਅੰਦਰ ਵੀ ਹਰ ਇੱਕ ਯੁੱਗ ਦੇ ਅੰਦਰ ਵੱਖਰੇ ਵੱਖਰੇ ਕੱਪੜੇ, ਵਸਤਰ, ਉਹਨਾਂ ਦਾ ਰੰਗ ਜਿਹੜਾ ਸੀ ਉਹ ਨਿਰਧਾਰਿਤ ਕੀਤਾ ਗਿਆ। ਹਰ ਯੁੱਗ ਦੇ ਅੰਦਰ ਜੋ ਅਵਤਾਰ ਹੋਇਆ, ਉਸ ਅਵਤਾਰ ਦਾ ਨਾਮ ਵੀ ਜਿਹੜਾ ਸੀ ਉਹਦੀਆਂ ਕਲਾ ਦੇਖ ਕਰਕੇ ਫਿਰ ਯੁੱਗ ਦੇ ਅੱਖਰ ਦੇ ਨਾਲ ਉਸ ਅਵਤਾਰ ਦਾ ਨਾਮ ਮੁਨਕਰ ਕੀਤਾ ਗਿਆ। ਫਿਰ ਇਸ ਤਰ੍ਹਾਂ ਕਿ ਜੋ ਕੁਛ ਉਸ ਅਵਤਾਰ ਨੇ ਇਸ ਧਰਤੀ ਦੇ ਉੱਤੇ ਆ ਕਰਕੇ ਕੀਤਾ, ਭਾਵੇਂ ਉਹ ਕ੍ਰਿਸ਼ਨ ਜੀ ਹਨ, ਭਾਵੇਂ ਉਹ ਰਾਮ ਜੀ ਹਨ, ਜਾਂ ਅੰਸਾ ਅਵਤਾਰ, ਹੰਸਾ ਅਵਤਾਰ ਹੈ, ਉਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਸਤਿਗੁਰਾਂ ਨੇ। ਪਰ ਫਿਰ ਵੀ ਸਤਿਗੁਰਾਂ ਨੇ ਅਖੀਰ ਤੇ ਦੱਸਿਆ ਕਿ ਇਹਨਾਂ ਯੁੱਗਾਂ ਦੀਆਂ ਵਾਸ਼ਨਾਵਾਂ ਦੇ ਵਿੱਚ ਗਰਸਿਆ ਮਨੁੱਖ ਪਰਮੇਸ਼ਰ ਨੂੰ ਨਹੀਂ ਪਾ ਸਕਦਾ। ਜੇ ਪਾਉਣਾ ਹੈ ਤਾਂ ਭਾਓ ਭਗਤ ਕਰ ਨੀਚ ਸਦਾਏ, ਤਾਂ ਉਹ ਨਾਨਕ ਮੋਖ ਅੰਤਰ ਪਾਏ। ਜੇ ਮੋਖ ਅੰਤਰ ਮੁਕਤੀ ਪ੍ਰਾਪਤ ਕਰਨੀ ਹੈ। ਸੋ ਪੌੜੀ ਦੇ ਅੰਦਰ ਵੀ ਸਾਹਿਬ ਇਹੀ ਸਮਝਾਉਂਦੇ ਨੇ ਕਿ ਪੂਰੇ ਗੁਰੂ ਤੋਂ ਅਸੀਂ ਕੁਰਬਾਨ ਹਾਂ। ਕਿਉਂ ਕੁਰਬਾਨ ਹਾਂ? ਜਿਨੇ ਉਪਦੇਸ਼ ਕਰਕੇ ਸਾਡੇ ਅੰਦਰ ਗਿਆਨ ਦਾ ਸੁਰਮਾ ਜਿਹੜਾ ਸੀ ਇਹਨਾਂ ਨੇਤਰਾਂ ਦੇ ਵਿੱਚ ਪਾਇਆ, ਜਿਸ ਦੇ ਸਦਕਾ ਅਸੀਂ ਸੰਸਾਰ ਨੂੰ, ਸਤ ਸਰੂਪ ਪਰਮੇਸ਼ਰ ਨੂੰ ਸੰਸਾਰ ਦੇ ਵਿੱਚ ਤੱਕ ਸਕੇ। ਸੋ ਪਹਿਲੇ ਪੜਾਅ ਦੇ ਅੰਦਰ ਸਾਹਿਬ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਸੰਸਾਰ ਦੇ ਉੱਤੇ ਕੈਸੇ ਕੈਸੇ ਮਨੋਕਲਪਿਤ ਖਿਆਲ ਜਿਹੜੇ ਸਨ ਉਹ ਚੱਲੇ। ਕਿਉਂਕਿ ਯੁੱਗਾਂ ਦੀ ਗੱਲ ਜਦੋਂ ਕਰਦੇ ਹਾਂ ਨਾ, ਤੇ ਇੱਕ ਤਾਂ ਯੁੱਗ ਜੋ ਸਮੇਂ ਦੇ ਮੁਤਾਬਕ ਗ੍ਰੰਥਕਾਰਾਂ ਨੇ ਗਿਣਤੀ ਵੀ ਉਹਨਾਂ ਦੀ ਕੀਤੀ ਕਿ ਇੰਨੇ ਹਜ਼ਾਰਾਂ ਸਾਲ ਜਿਵੇਂ ਮਨੁੱਖਾਂ ਦੀ ਉਮਰ ਹੈ, ਇਸ ਤਰ੍ਹਾਂ ਉਮਰ ਲੰਘ ਜਾਵੇ ਤੇ ਇੱਕ ਯੁੱਗ ਬਣਦਾ ਹੈ। ਉਸ ਯੁੱਗ ਦਾ ਇੰਨੇ ਹਜ਼ਾਰਾਂ ਸਾਲ ਲੰਘੇ ਤੇ ਇੱਕ ਦਿਨ ਬਣਦਾ ਹੈ, ਫਿਰ ਉਹਦਾ ਸਾਲ ਬਣਦਾ ਹੈ। ਇੰਨੀ ਉਮਰ ਭੋਗ ਕੇ ਇੱਕ ਯੁੱਗ ਜਿਹੜਾ ਉਹ ਖਤਮ ਹੁੰਦਾ ਹੈ। ਪਰ ਪਿਛਾਂ ਵੀ ਆਪਾਂ ਜ਼ਿਕਰ ਕੀਤਾ ਸੀ, ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਇੱਧਰ ਉਦਾਸੀਆਂ ਦੇ ਉੱਤੇ ਚੱਲਦਿਆਂ ਹੋਇਆਂ ਮਥੁਰਾ ਬ੍ਰਿੰਦਾਬਨ ਵਾਲੇ ਪਾਸੇ, ਉੱਥੇ ਬ੍ਰਾਹਮਣਾਂ ਦੇ ਵੱਲੋਂ ਕੀਤੇ ਜਾ ਰਹੇ ਉਹ ਰਾਮਲੀਲਾ, ਜੈਨ ਕਹਿ ਲਓ ਕ੍ਰਿਸ਼ਨ ਦੀ ਜੋ ਚੱਲ ਰਹੀ ਸੀ, ਰਾਮਲੀਲਾ ਰਾਮ ਜੀ ਦੀ ਕਰਦੇ ਸਨ, ਤੇ ਕ੍ਰਿਸ਼ਨ ਜੀ ਦੇ ਸਵਾਂਗ ਰਚ ਕੇ ਗੋਪੀਆਂ ਦੇ ਨਾਲ ਜੋ ਵਿਸ਼ੇ ਵਿਕਾਰ ਭੋਗਦੇ ਸੀ,
उस वक्त भी गुरु नानक पातशाह ने जदों उन्हां नूं समझाया सी कि तुसी कहंदे हो कि कलयुग आ गया है, पर सोई चंद चढ़े से तारे, सोई दिनियर तपत रहे, सा धरती सो पाउन झुलारै। उही धरती है, उही पाउन झुलदी पई है, उही सूरज है, उही चंद है, उही तारे ने, सारा कुछ ते उही चढ़दा पिया। पिछां भी सतगुरां ने थोड़ा जिहा इहदा इशारा कीता सी। अज भी सतगुरु जो समझाउंदे ने, प्रारंभता करदे ने साहिब, नानक मेर शरीर का एक रथ, एक रथ वाहु। मेर शरीर का, मेरू भाव जिस तरह मेरू पर्वत है, सारे ग्रह जिहड़े ने इस तरह व्याख्याकार जां ज्योतिष वाले कहंदे भी उहदे इर्द गिर्द भी उन्हां दा चक्रव्यूह ਚੱਲਦਾ है। बाकी मेरू पर्वत ਦੇ ਵਿੱਚ हीरे मणियां बेशकीमती खजाने ਜਿਹੜੇ ਨੇ ਉਹਦੇ ਵਿੱਚ ਪਏ। दुनिया ते पर्वत ते बहुत ने, चोटियां एक तो एक चोटी है इस धरती के उत्ते, एक तो एक उच्चा पर्वत है इस सारी धरती के उत्ते, भावें वो ये मुल्क होवे ते भावें वो कोई होर बाहर दा मुल्क होवे, एक तो एक उच्चा पर्वत। पर मेर में सुमेर बड़ो, सुमेरू पर्वत सारियां तो उच्चा है। फिर माला दा मनका, जदों एक मनका सारियां तो उपर है, हालांकि वो किसी गिणती दे विच नहीं, ਉਹਨੂੰ ਜਾਪ ਕਰਨ ਵਾਲਾ ਜਿਹੜਾ ਉਸ ਮਣਕੇ ਨੂੰ ਜਪਦਾ ਨਹੀਂ ਹੈ। ਜੋ ਮਾਲਾ ਫੇਰਦੇ ਨੇ ਸਾਧੂ ਲੋਕ, ਜੋਗੀ ਲੋਕ, ਉਹਨਾਂ ਨੂੰ ਪਤਾ ਹੈ ਉਹ ਕਦੀ ਵੀ ਉਸ ਮਣਕੇ ਦੇ ਉੱਤੇ ਆਪਣਾ ਜਾਪ, ਆਪਣਾ ਪਾਠ ਨਹੀਂ ਕਰਦੇ। ਪਰ ਉਹ ਮਣਕਾ ਜਿਹੜਾ ਉਹਨੂੰ ਮੇਰੂ ਮਣਕਾ ਕਹਿੰਦੇ ਵੀ ਬਾਕੀ ਸਾਰੇ ਮਣਕੇ ਨੇ, ਪਰ ਇਹ ਸਾਰਿਆਂ ਤੋਂ ਉੱਚਾ ਹੈ, ਸਾਰਿਆਂ ਤੋਂ ਸ਼੍ਰੋਮਣੀ ਹੈ, ਸਾਰਿਆਂ ਤੋਂ ਸ੍ਰੇਸ਼ਟ ਹੈ। ਉਸੇ ਤਰ੍ਹਾਂ ਗਲਾਂ ਵਿੱਚ ਪਾਉਣ ਵਾਲੀਆਂ ਜਿਹੜੀਆਂ ਗਾਨੀਆਂ ਲੋਕ ਪਾਉਂਦੇ ਨੇ, ਉਹਨਾਂ ਦੇ ਵਿੱਚ ਵੀ ਇੱਕ ਮੋਤੀ ਜਿਹੜਾ ਉਹ ਸਾਰਿਆਂ ਤੋਂ ਮੇਰੂ ਹੁੰਦਾ ਹੈ, ਸਾਰਿਆਂ ਤੋਂ ਉੱਚਾ ਸ੍ਰੇਸ਼ਟ ਮੰਨਿਆ ਜਾਂਦਾ ਹੈ। ਹਾਲਾਂਕਿ ਕੁਝ ਲੋਕ ਉਹ ਮੋਤੀ ਜਿਹੜਾ ਵੱਖਰੇ ਰੰਗ ਦਾ ਪਾ ਲੈਂਦੇ ਵੀ ਜੇ ਬਾਕੀ ਸਾਰੀ ਮਾਲਾ ਹੋਰ ਮੋਤੀਆਂ ਦੀ ਹੈ ਤੇ ਉਹਨੂੰ ਵੱਖਰੀ ਕਿਸਮ ਦਾ ਪਾਉਂਦੇ ਨੇ ਜੀ, ਇਹ ਸ਼੍ਰੋਮਣੀ, ਇਹ ਮੇਰੂ ਮਣਕਾ ਹੈ, ਮੇਰੂ ਮੋਤੀ ਹੈ। ਕੁਛ ਲੋਕ ਸੋਨੇ ਦਾ ਵੀ ਪਾ ਲੈਂਦੇ ਨੇ ਜਾਂ ਵੱਖ-ਵੱਖ ਤਰੀਕਾ ਆਪਣੀ ਸਮਰੱਥਾ ਅਨੁਸਾਰ ਵਰਤਦੇ ਨੇ। ਸੋ ਬੇਅੰਤ ਸਰੀਰ ਨੇ ਇਸ ਧਰਤੀ ਦੇ ਉੱਤੇ। ਪਸ਼ੂ ਦਾ ਆਪਣਾ ਸਰੀਰ ਹੈ, ਪੰਛੀ ਕੋਲ ਆਪਣਾ ਸਰੀਰ ਹੈ, ਕੀੜੀ ਦੇ ਕੋਲ ਆਪਣਾ ਸਰੀਰ ਹੈ, ਸਾਰਿਆਂ ਦੇ ਕੋਲ ਕਾਇਆ ਹੈ, ਕਾਇਆ ਤੋਂ ਬਿਨਾਂ ਤੇ ਕੋਈ ਨਹੀਂ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਾਰਿਆਂ ਸਰੀਰਾਂ ਦੇ ਵਿੱਚੋਂ ਮੇਰ ਸਰੀਰ ਕਾ, ਆ ਸਰੀਰ ਮਨੁੱਖਾ ਸਰੀਰ ਜਿਹੜਾ ਸਾਰਿਆਂ ਸਰੀਰਾਂ ਦਾ ਮੇਰ ਭਾਵ ਕਿ ਸ਼੍ਰੋਮਣੀ ਹੈ, ਵੱਡਾ ਹੈ ਸਾਰਿਆਂ ਸਰੀਰਾਂ ਤੋਂ। ਕਿਉਂ ਵੱਡਾ ਹੈ? ਕਿਉਂਕਿ ਬਾਕੀ ਜਿਹੜੇ ਸਰੀਰ ਨੇ ਨਾ, ਉਹਨਾਂ ਦੇ ਅੰਦਰ ਬੇਸ਼ੱਕ ਸਵਾਸ ਚੱਲਦੇ ਨੇ, ਉਹ ਦੇਖਦੇ ਵੀ ਨੇ, ਉਹ ਕਿਰਿਆ ਵੀ ਕਰਦੇ ਨੇ, ਭੋਗ ਵਿਲਾਸ ਵੀ ਕਰਦੇ ਨੇ, ਪਰਿਵਾਰਕ ਵਾਧੇ ਵੀ ਕਰਦੇ ਨੇ, ਖਾਂਦੇ ਵੀ, ਸੌਂਦੇ ਵੀ, ਵਕਾਰਾਂ ਨੂੰ ਹੰਡਾਉਂਦੇ ਵੀ, ਸਭ ਕੁਝ ਹੈ। ਪਰ ਉਹਨਾਂ ਦੇ ਕੋਲ ਜ਼ੁਬਾਨ ਹੁੰਦਿਆਂ ਹੋਇਆਂ ਉਹ ਬੋਲ ਨਹੀਂ ਸਕਦੇ। ਫਿਰ ਉਹਨਾਂ ਦੇ ਕੋਲ ਮਨ ਨਹੀਂ ਹੈ, ਉਹਨਾਂ ਨੂੰ ਸਮਝ ਨਹੀਂ ਕਿ ਅਸੀਂ ਆਪਣੇ ਜੀਵਨ ਦਾ ਭਲਾ ਕਿਸ ਤਰ੍ਹਾਂ ਕਰਨਾ ਹੈ। ਤਾਂ ਇਸ ਸਰੀਰ ਨੂੰ ਬਾਣੀ ਅੰਦਰ ਸਾਹਿਬ ਨੇ ਕਿਤੇ ਇਹ ਸ਼ਬਦ ਵਰਤਿਆ ਕਿ ਮਨੁੱਖਾ ਸਰੀਰ ਜਿਹੜਾ ਹੈ ਬਹੁਤ ਦੁਰਲੱਭ ਹੈ। ਭਈ ਪ੍ਰਾਪਤ ਮਨੁੱਖ ਦੇਹੁਰੀਆ, ਤੇ ਦੁਰਲੱਭ ਹੈ ਮਿਲਿਆ ਕਾਦੇ ਵਾਸਤੇ? ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਤੇ ਭਗਤ ਜੀ ਇੰਜ ਬਚਨ ਵਰਤਦੇ, ਕਬੀਰ ਮਾਨਸ ਜਨਮ ਦੁਰਲੱਭ ਹੈ, ਬੜਾ ਦੁਰਲੱਭ ਹੈ। ਤੇ ਦੁਰਲੱਭ ਦਾ ਅਰਥ ਹੁੰਦਾ ਹੈ, ਵਿਦਵਾਨ ਇੰਜ ਕਹਿੰਦੇ ਨੇ ਸੰਸਕ੍ਰਿਤ ਦੇ ਵਿੱਚ, ਦੁਖੇਨ ਲਬਧਾ ਸੰਪ੍ਰਾਪਤ ਸਾ ਦੁਰਲਭਹ, ਕਿ ਜੋ ਬੜੇ ਦੁੱਖ ਦੇ ਨਾਲ ਲੱਭੇ ਤੇ ਦੁੱਖ ਦੇ ਨਾਲ ਮਸ਼ੱਕਤ ਕਰਕੇ, ਕਿਉਂਕਿ ਇਹ ਸਰੀਰ ਐਵੇਂ ਤੇ ਸਾਨੂੰ ਮਿਲਿਆ ਨਹੀਂ, ਕਿੰਨੀ ਮਸ਼ੱਕਤ ਘਾਲੀ, ਕਿੰਨੀਆਂ ਜੂਨਾਂ ਦੇ ਵਿੱਚ ਦੀ ਹੋ ਗੁਜ਼ਰੇ। ਕਈ ਸਰੀਰ ਜਿਹੜੇ ਸਨ ਪਸ਼ੂਆਂ ਦੇ, ਮਨੁੱਖਾਂ ਦੇ, ਜਾਨਵਰਾਂ ਦੇ ਹੰਡਾਏ, ਕਈ ਸਾਲਾਂ ਤੱਕ ਉਹਨਾਂ ਜੂਨਾਂ ਨੂੰ ਹੰਡਾਇਆ, ਤਾਂ ਜਾ ਕਰਕੇ ਇੰਨੇ ਦੁੱਖਾਂ ਦੇ ਵਿੱਚੋਂ ਲੰਘਣ ਤੋਂ ਬਾਅਦ ਇਹ ਮਨੁੱਖਾ ਸਰੀਰ ਜਿਹੜਾ ਸਾਨੂੰ ਪ੍ਰਾਪਤ ਹੋਇਆ। ਦੁਖੇਨ ਲਬਧਾ ਸੰਪ੍ਰਾਪਤ ਸਾ ਦੁਰਲਭ, ਬੜਾ ਦੁਰਲਭ ਹੈ। ਪਰ ਸਾਹਿਬ ਅੱਜ ਵੀ ਕਹਿੰਦੇ ਨੇ ਇਹਦੀ ਕੀਮਤ ਕੋਈ ਗਿਆਨੀ ਜਾਣਦਾ। ਅਗਿਆਨੀ ਦੇ ਵਾਸਤੇ ਤੇ ਸਰੀਰ ਜਿਵੇਂ ਐਵੇਂ ਮਿਲ ਗਿਆ, ਬਸ ਇਹਨੂੰ ਹੰਢਾ ਕੇ ਤੇ ਅਸੀਂ ਤੁਰ ਜਾਣਾ। ਸੋ ਭਗਤ ਕਬੀਰ ਜੀ ਕਹਿੰਦੇ, ਮਾਨਸ ਕਬੀਰ ਮਾਨਸ ਜਨਮ ਦੁਰਲਭ ਹੈ, ਹੋਏ ਨਾ 12 ਬਾਰ, ਜਿਉ ਬਾਨ ਫਲ ਪਾਕੇ ਭੋਏ ਗਿਰਹੇ, ਬਹੁਰ ਨਾ ਲਾਗਹਿ ਡਾਰ। ਜਿਸ ਤਰ੍ਹਾਂ ਟੁੱਟਿਆ ਹੋਇਆ ਫਲ ਇੱਕ ਵਾਰ ਪੱਕਣ ਤੋਂ ਬਾਅਦ ਜ਼ਮੀਨ ਤੇ ਡਿੱਗ ਜਾਵੇ ਤੇ ਉਹਨੂੰ ਪਰਤ ਕੇ ਲੱਖਾਂ ਯਤਨ ਕਰ ਲਓ, ਉਹਨੂੰ ਤੁਸੀਂ ਉਸ ਟਾਹਣੀ ਦੇ ਨਾਲ ਲਾ ਨਹੀਂ ਸਕਦੇ। ਲਾਉਣ ਦਾ ਮਤਲਬ ਸਿਰਫ ਇਹ ਨਹੀਂ ਕਿ ਟੰਗ ਨਹੀਂ ਸਕਦੇ, ਮਤਾ ਕੋਈ ਆਪਣੇ ਵਿੱਚੋਂ ਕਵੇ ਲਓ ਜੀ ਕੋਈ ਔਖਾ ਹੈ,
ਫਲ ਨੂੰ ਚੁੱਕੋ, ਟਾਹਣੀ ਦੇ ਨਾਲ ਲਾ ਕੇ ਉਹਦੇ ਤੇ ਕੋਈ ਗਮ ਲਾ ਦਿਓ, ਉਹਦੇ ਤੇ ਕੋਈ ਟੇਪ ਲਵੇਟ ਦਿਓ, ਚਿਪਕ ਗਿਆ ਟਾਹਣੀ ਦੇ ਨਾਲ, ਜੁੜ ਜਾਏਗਾ ਬਾਹਰੀ ਤੌਰ ਤੇ, ਪਰ ਜਿਹੜਾ ਉਹਨੂੰ ਟਾਹਣੀ 'ਚੋਂ ਰਸ ਮਿਲਦਾ ਪਿਆ ਸੀ, ਜੋ ਟਾਹਣੀ ਦੇ ਨਾਲ ਅੰਦਰੋਂ ਸਾਂਝ ਜੁੜੀ ਸੀ, ਉਹ ਨਹੀਂ ਤੁਸੀਂ ਕਾਇਮ ਕਰ ਸਕੋਗੇ। ਸੋ ਇਸ ਤਰ੍ਹਾਂ ਦਾਤਾਰ ਸਤਿਗੁਰੂ ਸਮਝਾਉਂਦੇ ਸਾਰਿਆਂ ਸਰੀਰਾਂ ਦੇ ਵਿੱਚੋਂ ਮਨੁੱਖਾ ਸਰੀਰ ਜਿਹੜਾ ਉਹ ਬੜਾ ਦੁਰਲੱਭ ਹੈ। ਕਿਉਂ? ਕਿਉਂਕਿ ਪਸ਼ੂਆਂ ਦੇ ਕੋਲ ਜਿਹੜਾ ਸਰੀਰ ਹੈ, ਸਭ ਬਾਣੀ ਅੰਦਰ ਇੰਜ ਬਚਨ ਕਹਿੰਦੇ, ਚਾਰ ਪਾਂਵ ਦੋਏ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਚਾਲੈ, ਤਬ ਕਤ ਮੂਢ ਲੁਕਈ ਹੈ। ਕਿ ਉਸ ਵਕਤ ਜਦੋਂ ਚਾਰ ਪੈਰ ਹੋਣਗੇ, ਗੂੰਗਾ ਮੁਖ ਹੋਏਗਾ, ਦੋ ਸਿੰਘ ਹੋਣਗੇ, ਉਦੋਂ ਕਿੱਥੇ ਤੂੰ ਪਰਮਾਤਮਾ ਨੂੰ ਜਪ ਲੇਂਗਾ? ਉਦੋਂ ਤੇ ਬਸ ਤੈਨੂੰ ਆਪਣਾ ਹਲ ਵਾਹ ਲਓ, ਕਿਰਸਾਨੀ ਦੇ ਕੰਮ ਕਰ ਲਓ, ਜਦੋਂ ਬਲਦ ਬਣ ਗਿਆ ਕਿਰਸਾਨੀ ਦੇ ਕੰਮ ਕਰ ਲਓ, ਬਸ ਇਸ ਤੋਂ ਬਿਨਾਂ ਤੇਰਾ ਕੋਈ ਜੀਵਨ ਦਾ ਗੁਜ਼ਾਰ, ਕੋਈ ਬਸ਼ਰ ਨਹੀਂ ਹੋਏਗਾ। ਉਸ ਲੋਕ ਦੇ ਅੰਦਰ ਤੇ ਭਗਤ ਸਾਹਿਬਾਨ ਨੇ ਕਾਫੀ ਵਿਸਥਾਰ ਕੀਤਾ ਇਸ ਜੂਨ ਦਾ, ਪਰ ਆਪਾਂ ਸਮੇਂ ਦੇ ਤਕਾਜ਼ੇ ਨਾਲ। ਸੋ ਦਾਤਾਰ ਪਾਤਸ਼ਾਹ ਜੀ ਇੱਥੇ ਕਹਿ ਰਹੇ, ਨਾਨਕ ਮੇਰ ਸਰੀਰ ਕਾ, ਸਾਰਿਆਂ ਸਰੀਰਾਂ ਦੇ ਵਿੱਚੋਂ ਇਹ ਮਨੁੱਖਾ ਸਰੀਰ ਜਿਹੜਾ ਹੈ ਬੜਾ ਦੁਰਲੱਭ ਹੈ। ਤੇ ਨਾਲ ਜ਼ਿਕਰ ਕੀਤਾ, ਇੱਕ ਰਥ ਇੱਕ ਰਥਵਾਹੁ। ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਰਥ ਹੁੰਦੇ ਸੀ, ਅੱਜ ਗੱਡੀਆਂ ਨੇ, ਵੱਖ-ਵੱਖ ਸਾਧਨ ਨੇ, ਪਰ ਅੱਜ ਵੀ ਜਦੋਂ ਪੁਰਾਣੇ ਨਾਟਕ ਤੁਸੀਂ ਦੇਖਦੇ ਹੋ ਟੀਵੀ ਦੇ ਵਿੱਚ, ਤਾਂ ਉਹਨਾਂ 'ਚ ਰਥ ਹੁੰਦੇ ਨੇ, ਬਹੁਤ ਵੱਡਾ ਉਹਦਾ ਪਹੀਆ ਹੁੰਦਾ ਗੋਲਾਕਾਰ ਦਾ, ਫਿਰ ਉਸ ਰਥ ਦੇ ਅੱਗੇ ਘੋੜੇ ਲੱਗੇ ਨੇ, ਉਹਦੇ ਉੱਤੇ ਇੱਕ ਛਤਰ ਹੈ, ਇੰਜ ਕਹਿ ਲਓ ਉਹਦੀ ਛੱਤ ਜਿਹੜੀ ਉਹ ਬਿਲਕੁਲ ਗੋਲਾਕਾਰ ਦੀ ਹੁੰਦੀ, ਬਿਲਕੁਲ ਗੋਲ ਆਕਾਰ ਦੇ ਵਿੱਚ ਹੁੰਦੀ ਰਥ ਦੀ ਛੱਤ ਜਿਹੜੀ ਹੈ। ਰਥ ਨੂੰ ਇੱਕ ਚਲਾਉਣ ਵਾਲਾ ਜੋ ਉਹਨਾਂ ਘੋੜਿਆਂ ਨੂੰ ਪ੍ਰੇਰਦਾ ਪਿਆ, ਇੱਕ ਰਥ ਦੇ ਉੱਤੇ ਬੈਠਾ ਹੋਇਆ, ਜਿਹੜਾ ਬੈਠਾ ਹੈ ਤੇ ਇੱਕ ਚਲਾਉਂਦਾ ਹੈ ਤੇ ਘੋੜੇ ਖਿੱਚਦੇ ਨੇ। 5-7 ਚੀਜ਼ਾਂ ਉੱਥੇ ਖੁੱਲ੍ਹ ਕੇ ਗੱਲ ਕਰਾਂ ਤਾਂ ਜੁੜਦੀਆਂ ਨੇ। ਇੱਕ ਰਥ ਹੋ ਗਿਆ, ਇੱਕ ਉਹਨੂੰ ਖਿੱਚਣ ਵਾਲੇ ਘੋੜੇ ਹੋ ਗਏ, ਇੱਕ ਉਹਨਾਂ ਘੋੜਿਆਂ ਨੂੰ ਹੱਕਣ ਵਾਲਾ ਹੋ ਗਿਆ, ਇੱਕ ਉਸ ਰਥ ਦੇ ਉੱਤੇ ਬੈਠਾ ਹੋਇਆ ਸਵਾਰ ਹੋ ਗਿਆ, ਫਿਰ ਜਿਸ ਸੜਕ ਦੇ ਉੱਤੇ ਚੱਲਦੇ ਨੇ ਇੱਕ ਉਹ ਸੜਕ ਹੋ ਗਈ। ਗ੍ਰੰਥਕਾਰਾਂ ਨੇ ਉਪਨਿਸ਼ਦਾਂ ਦੇ ਅੰਦਰ ਤੇ ਇੰਜ ਵੀ ਜ਼ਿਕਰ ਹੈ ਕਿ ਸਾਰਥੀ ਜਿਹੜਾ ਹੈ, ਭਾਵ ਜੋ ਰਥ ਦੇ ਉੱਤੇ ਬੈਠਾ ਹੈ, ਉਹ ਆਤਮਾ ਹੈ। ਇਹ ਸਰੀਰ ਜਿਹੜਾ ਹੈ ਇਹ ਰਥ ਨੂੰ ਚਲਾਉਣ ਵਾਲਾ ਹੈ। ਫਿਰ ਇੰਦਰੇ ਜਿਹੜੇ ਨੇ ਉਹ ਘੋੜਿਆਂ ਦੀ ਨਿਆਈ ਨੇ, ਇਹ ਵਾਸ਼ਨਾ ਜਿਹੜੀ ਉਹ ਸੜਕ ਦੀ ਨਿਆਈ ਹੈ, ਇਹ ਘੋੜੇ ਇਸ ਵਾਸ਼ਨਾ ਦੀ ਸੜਕ ਦੇ ਉੱਤੇ, ਸਰੋੜ ਦੇ ਉੱਤੇ ਚੱਲਦੇ ਨੇ। ਸੋ ਆਤਮਾ ਜਿਹੜੀ ਹੈ ਇਹਨੂੰ ਚਲਾਉਂਦੀ ਪਈ ਹੈ। ਜਿਸ ਤਰ੍ਹਾਂ ਆਤਮਾ ਜਿਹੜੀ ਹੈ ਇੱਕ ਰਥ ਨੂੰ ਚਲਾਉਣ ਵਾਲਾ ਇੱਕ ਰਥੀ ਉਹਨੂੰ ਘੋੜਿਆਂ ਨੂੰ ਪ੍ਰੇਰ ਰਿਹਾ, ਆਤਮਾ ਇਸ ਸਰੀਰ ਨੂੰ ਲੈ ਕਰਕੇ ਤੁਰੀ ਫਿਰਦੀ ਹੈ, ਪਰ ਇਹ ਸਰੀਰ ਨੂੰ ਖਿੱਚਦਾ ਕੌਣ ਪਿਆ ਹੈ? ਕਿਉਂਕਿ ਆਤਮਾ ਤੈਨੂੰ ਲੈ ਕੇ ਤੁਰ ਰਹੀ ਹੈ ਨਾ। ਜਿਸ ਤਰ੍ਹਾਂ ਰਥ ਨੂੰ ਪ੍ਰੇਰਦਾ ਹੋਰ ਪਿਆ, ਪਰ ਖਿੱਚਦੇ ਤੇ ਘੋੜੇ ਪਏ ਨੇ ਉਸ ਰਥ ਨੂੰ। ਇਸ ਸਰੀਰ ਨੂੰ ਕੁਝ ਵਾਸ਼ਨਾਵਾਂ ਖਿੱਚਦੀਆਂ ਨੇ, ਹਰ ਯੁੱਗ ਦੇ ਅੰਦਰ ਵੱਖਰੀਆਂ ਵੱਖਰੀਆਂ ਸਨ। ਸਾਹਿਬ ਜੀ ਕਹਿੰਦੇ ਇੱਕ ਰਥ ਇੱਕ ਰਥਵਾਹੁ, ਭਾਵ ਇੱਥੇ ਸਤਿਗੁਰਾਂ ਦੀ ਜੋ ਫਿਲਾਸਫੀ ਹੈ ਉਹ ਉਸ ਜੋ ਉਪਨਿਸ਼ਦਾਂ ਦੇ ਅੰਦਰ ਕਿਹਾ ਉਸ ਤੋਂ ਥੋੜ੍ਹੀ ਹਟ ਕੇ ਹੈ। ਸਾਹਿਬ ਸਿਰਫ ਇੱਥੇ ਇੱਕ ਆਤਮਾ ਤੇ ਇੱਕ ਸਰੀਰ ਦੀ ਗੱਲ ਕਰਦੇ ਵੀ ਇੱਕ ਆ ਸਰੀਰ ਹੈ ਤੇ ਇੱਕ ਰਥਵਾਹੁ, ਇੱਕ ਇਸ ਸਰੀਰ ਨੂੰ ਚਲਾਉਣ ਵਾਲੀ ਆਤਮਾ ਹੈ ਜੋ ਇਹਦੇ ਵਿੱਚ ਬਲ ਭਰ ਰਹੀ ਹੈ, ਜਿਸ ਦੇ ਸਦਕਾ ਇਹ ਸਰੀਰ ਤੁਰਦਾ ਹੈ। ਨਾਲ ਇੱਕ ਸਵਾਲ ਕੀਤਾ ਮਹਾਰਾਜ ਜੀ, ਪੁਰਾਣੇ ਸਮਿਆਂ ਦੇ ਅੰਦਰ ਤੇ ਸਿੱਖ ਸਵਾਲ ਕਰ ਰਹੇ ਨੇ, ਮਹਾਰਾਜ ਉਦੋਂ ਤੇ ਰਥ ਨੂੰ ਜਿਹੜੇ ਘੋੜੇ ਖਿੱਚਦੇ ਸੀ ਉਹਨਾਂ ਨੂੰ ਬਦਲਿਆ ਜਾਂਦਾ ਸੀ, ਕੁਛ ਦੂਰੀ ਤੇ ਜਾ ਕੇ ਉਹਨਾਂ ਨੂੰ ਬਦਲ ਦਿੱਤਾ ਜਾਂਦਾ ਸੀ ਤਾਂ ਕਿ ਇਹ ਘੋੜੇ ਥੱਕ ਗਏ ਨੇ, ਇਹ ਆਰਾਮ ਕਰਨ ਤੇ ਦੂਸਰੇ ਘੋੜੇ ਇਸ ਰਥ ਨੂੰ ਹੁਣ ਖਿੱਚਣਗੇ। ਮਹਾਰਾਜ ਕੀ ਆ ਜਿਹੜਾ ਸਰੀਰ ਰੂਪੀ ਰਥ ਹੈ ਇਹਦੇ ਵਿੱਚ ਜਿਹੜੀ ਆਤਮਾ ਸਫ਼ਰ ਕਰ ਰਹੀ ਹੈ, ਕਿ ਮਹਾਰਾਜ ਇਹਨੂੰ ਵੀ ਬਦਲਿਆ ਜਾਂਦਾ? ਤਾਂ ਸਾਹਿਬ ਕਹਿੰਦੇ ਹਾਂ, ਜੁਗ ਜੁਗ ਫੇਰ ਵਟਾਈਏ ਗਿਆਨੀ ਬੁਝੇ ਤਾਹੇ। ਜੁਗਾਂ ਜੁਗਾਂ ਦੇ ਅੰਦਰ ਇੱਕ ਤਾਂ ਮੈਂ ਪਹਿਲਾਂ ਜ਼ਿਕਰ ਕੀਤਾ ਉਹ ਯੁੱਗ ਜੋ ਉਹਨਾਂ ਬ੍ਰਾਹਮਣਾਂ ਨੇ ਕਲਪ ਦਿੱਤੇ, ਇਹ ਸਤਯੁਗ ਹੈ, ਇਹ ਤ੍ਰੇਤਾ ਹੈ, ਇਹ ਦੁਆਪਰ ਹੈ, ਕਲਯੁਗ ਹੈ। ਪਰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਵੀ ਤੇਰੀ ਸੋਚ ਜਿੱਥੇ ਖੜੀ ਹੈ ਨਾ, ਜੇ ਤੂੰ ਸੱਤ ਦੇ ਵਿੱਚ ਜ਼ਿੰਦਗੀ ਜਿਉਂਦਾ ਤੂੰ ਅੱਜ ਵੀ ਸਤਯੁਗੀ ਹੈ। ਜੇ ਤੂੰ ਬਹੁਤ ਜ਼ਿਆਦਾ ਜਤ ਸੱਤ ਦੇ ਅੰਦਰ ਜਿਉਂਦਾ ਹੈ ਫਿਰ ਤੂੰ ਉਸ ਯੁੱਗ ਦੇ ਅੰਦਰ ਜਿਉ ਰਿਹਾ, ਤ੍ਰੇਤੇ ਦੇ ਅੰਦਰ ਹੈ, ਤੂੰ ਦੁਆਪਰ ਦੇ ਅੰਦਰ ਹੈ। ਪਰ ਜੇ ਤੂੰ ਵਾਸ਼ਨਾ ਦੇ ਵਿੱਚ ਜਿਉਂਦਾ ਤੇ ਫਿਰ ਭਾਵੇਂ ਤੂੰ ਸਤਯੁਗ ਦੇ ਵਿੱਚ ਵੀ ਕਿਉਂ ਨਹੀਂ ਸੀ ਬੈਠਾ, ਉਦੋਂ ਵੀ ਤੂੰ ਕਲਯੁਗ ਦੇ ਵਿੱਚ ਸੀ। ਯਾਨੀ ਕਿ ਸਤਯੁਗ ਜਦੋਂ ਚੱਲਦਾ ਸੀ ਉਦੋਂ ਲੋਕ ਕਲਯੁਗ ਵਾਲੀਆਂ ਵਾਸ਼ਨਾ ਨਹੀਂ ਸੀ ਭੋਗਦੇ, ਕੋਈ ਇੱਕ ਅੱਧਾ ਨਾ ਸਮਝ ਮੂਰਖ ਅਗਿਆਨੀ ਉਦੋਂ ਵੀ ਹੁੰਦਾ ਸੀਗਾ।
ਸੋ ਸਾਹਿਬ ਕਹਿੰਦੇ ਜੁਗ ਜੁਗ ਫੇਰ ਵਟਾਈ ਹੈ। ਜੁਗਾਂ ਜੁਗਾਂਤਰਾਂ ਦੇ ਵਿੱਚ ਇਹ ਸਰੀਰ ਜਿਹੜਾ ਵਟਦਾ ਰਹਿੰਦਾ। ਕਿਵੇਂ? ਆਤਮਾ ਤੇ ਉਹੀ ਰਹਿੰਦੀ। ਜਿਸ ਤਰ੍ਹਾਂ ਸਫ਼ਰ ਕਰਨ ਵਾਲਾ ਅੱਜ ਦੇ ਹਿਸਾਬ ਨਾਲ ਸਮਝੋ ਤਾਂ ਯਾਤਰੀ ਉਹੀ ਰਹਿੰਦੇ ਨੇ, ਟ੍ਰੇਨ ਦੇ ਵਿੱਚ ਸਵਾਰੀਆਂ ਉਹੀ ਨੇ, ਬਸ ਟ੍ਰੇਨ ਦਾ ਇੰਜਨ ਬਦਲ ਦਿੱਤਾ ਜਾਂਦਾ ਹੈ। ਵੀ ਬਹੁਤ ਲੰਬਾ ਸਫ਼ਰ ਤੈਅ ਕਰ ਲਿਆ, 500 ਕਿਲੋਮੀਟਰ ਚੱਲ ਗਿਆ, 1000 ਕਿਲੋਮੀਟਰ ਲਗਾਤਾਰ ਚੱਲ ਗਿਆ, ਹੁਣ ਇਹਨੂੰ ਬਦਲ ਦਿੱਤਾ ਜਾਵੇ। ਸਵਾਰੀਆਂ ਉਹੀ ਰਹਿੰਦੀਆਂ, ਮਗਰਲੇ ਕੋਚ ਡੱਬੇ ਜਿਹੜੇ ਨੇ ਉਹ ਵੀ ਉਹੀ ਰਹਿੰਦੇ ਨੇ। ਇਸੇ ਤਰ੍ਹਾਂ ਆਤਮਾ ਉਹੀ ਰਹਿੰਦੀ ਹੈ, ਬਸ ਸਰੀਰ ਜਿਹੜੇ ਨੇ ਉਹ ਵਟਾਏ ਜਾਂਦੇ ਨੇ। ਇਹ ਨਹੀਂ ਕਿ ਜੇ ਆਹ ਸਰੀਰ ਖਤਮ ਹੋ ਗਿਆ ਤੇ ਆਤਮਾ ਦਾ ਸਫ਼ਰ ਰੁਕ ਜਾਂਦਾ, ਨਹੀਂ। ਘੋੜੇ ਬਦਲਣ ਦੇ ਨਾਲ ਉਸ ਰੱਥ 'ਚ ਬੈਠੇ ਸਵਾਰ ਦਾ ਜਾਂ ਉਸ ਰੱਥ ਦਾ ਸਫ਼ਰ ਨਹੀਂ ਰੁਕਦਾ। ਬਸ ਇੰਝ ਸਮਝ ਲਈਏ ਇਹ ਸਰੀਰ ਬਦਲਦੇ ਰਹਿੰਦੇ ਨੇ। ਕਦੀ ਇਸ ਸਰੀਰ ਨੇ ਆਤਮਾ ਨੇ ਕੋਈ ਸਰੀਰ ਧਾਰਨ ਕੀਤਾ, ਕਦੀ ਪਸ਼ੂ ਬਣੀ, ਕਿਤੇ ਨਾਗ ਕੁੱਲੀ ਮਹਿ ਆਏ, ਕਿਤੇ ਕਈ ਕੁੱਲਾਂ ਜਿਹੜੀਆਂ ਨਾਗਾਂ ਦੀਆਂ ਸਨ ਉਹਨਾਂ ਨੂੰ ਹੰਢਾ ਕੇ ਆਉਣਾ ਕੀਤਾ। ਸੋ ਕਿਤੇ ਪਸ਼ੂ ਉਪਾਏ, ਕਈ ਪਸ਼ੂ ਜਿਹੜੇ ਸਨ ਉਹ ਬਣਨਾ ਕੀਤਾ, ਫੁੱਲਾਂ ਦੇ ਵਿੱਚ ਆਏ, ਬਨਸਪਤੀ ਦੇ ਵਿੱਚ ਆਏ, ਬਨਸਪਤੀ ਦੀਆਂ ਹਜ਼ਾਰਾਂ ਕਿਸਮਾਂ ਨੂੰ ਇਸ ਆਤਮਾ ਨੇ ਹੰਢਾਇਆ। ਸੋ ਦਾਤਾਰ ਜੀ ਕਹਿੰਦੇ ਵੀ ਸਰੀਰ ਬਦਲੇ ਜੁਗ ਜੁਗ ਫੇਰ ਵਟਾਈ ਇਹ, ਪਰ ਇਸ ਗੱਲ ਨੂੰ ਸਮਝਦਾ ਕਿ ਹੁਣ ਗਿਆਨੀ ਬੁੱਝੇ ਤਾਂ ਹੈ। ਜਿਹੜਾ ਗਿਆਨੀ ਪੁਰਖ ਹੈ, ਜੋ ਆਤਮਿਕ ਤੌਰ ਤੇ ਸੋਝੀ ਰੱਖਣ ਵਾਲਾ, ਉਹ ਇਸ ਗੱਲ ਨੂੰ ਜਾਣਦਾ ਹੈ। ਉਹਨਾਂ ਨੂੰ ਪਤਾ ਹੈ ਅਸੀਂ ਇਸ ਤੋਂ ਪਹਿਲਾਂ ਕਿਹੜੇ ਕਿਹੜੇ ਜਨਮ ਭੋਗ ਕੇ ਆਏ ਹਾਂ। ਕਈ ਸਤਿਪੁਰਖ ਜ਼ਿੰਦਗੀ 'ਚ ਦੇਖੇ ਜਿਹੜੇ ਇੰਨੀ ਕੁ ਸੋਝੀ ਰੱਖਦੇ ਸੀ, ਜਿਹੜੇ ਦੱਸ ਦਿੰਦੇ ਸੀ ਅਸੀਂ ਇਸ ਤੋਂ ਪਿਛਾਂ ਆਹ ਜੂਨਾਂ ਨੂੰ ਭੋਗ ਕੇ ਆਏ ਹਾਂ, ਅਸੀਂ ਆਹ ਘਰਾਂ ਦੇ ਵਿੱਚ ਰਹਿ ਕੇ ਆਏ ਹਾਂ, ਅਸੀਂ ਆਹ ਦੁੱਖ ਹੰਢਾ ਕੇ ਆਏ ਹਾਂ। ਜਿਨ੍ਹਾਂ ਨੂੰ ਪਿਛਲਾ ਦਿਸਣ ਲੱਗ ਪਿਆ ਉਹ ਅਗਲੇ ਨੂੰ ਸੰਭਾਲ ਲੈਣਗੇ। ਅਸੀਂ ਅਗਲੇ ਨੂੰ ਕਿਉਂ ਨਹੀਂ ਸੰਭਾਲਦੇ? ਕਿਉਂਕਿ ਸਾਨੂੰ ਹਲੇ ਪਿਛਾਂ ਦਿਸਿਆ ਹੀ ਨਹੀਂ ਵੀ ਅਸੀਂ ਕੀ ਕੁਛ ਭੋਗਿਆ ਹੈ। ਸੋ ਗਿਆਨੀ ਪੁਰਖ ਜਿਹੜਾ ਹੈ ਉਹ ਸਮਝ ਜਾਂਦਾ ਹੈ। ਜਿਸ ਤਰ੍ਹਾਂ ਭਗਤ ਜੀ ਬਚਨ ਕਹਿੰਦੇ ਨੇ, ਬਹੁਤ ਜਨਮ ਵਿਛੁਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਭਾਵ ਬਹੁਤ ਜਨਮ ਪਹਿਲਾਂ ਵਿਛੜੇ ਆ, ਹਰ ਜਨਮ ਦੇ ਵਿੱਚ ਤੇਰੇ ਨਾਲੋਂ ਵਿਛੋੜਾ ਰਿਹਾ। ਸਮਝ ਆ ਗਈ ਇਸ ਗੱਲ ਦੀ ਕਿ ਤੇਰੇ ਨਾਲੋਂ ਵਿਛੜ ਕੇ ਕਿਸ ਤਰ੍ਹਾਂ ਦੇ ਦੁੱਖ ਜਿਹੜੇ ਸਨ ਉਹ ਪ੍ਰਤੀਤ ਹੋਏ, ਕਿਸ ਤਰ੍ਹਾਂ ਦਾ ਸਮਾਂ ਜਿਹੜਾ ਸੀ ਉਹ ਸੰਸਾਰ ਦੇ ਉੱਤੇ ਬਤੀਤ ਹੋਇਆ। ਜਿਹਨੂੰ ਭਗਤ ਜੀ ਇੰਜ ਵੀ ਬਚਨ ਕਹਿੰਦੇ ਨੇ ਕਿ ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਈ, ਕਿ ਇਹ ਕਰਤਾ ਅਕਾਲ ਪੁਰਖ ਪਹਿਲੇ ਜਨਮਾਂ ਵਿੱਚ ਵੀ ਅਸੀਂ ਤੇਰੇ ਸੇਵਕ ਰਹੇ ਹਾਂ, ਤੇਰੀ ਚਾਕਰੀ ਕਰਦੇ ਰਹੇ, ਅਬ ਤੋਂ ਮਿਟਿਆ ਨਾ ਜਾਈ, ਹੁਣ ਵੀ ਮਿਟਿਆ। ਭਾਵ ਉਸ ਸੁਭਾਅ ਨੂੰ ਤਿਆਗਿਆ ਨਹੀਂ ਜਾਏਗਾ, ਹੁਣ ਹਟਿਆ ਨਹੀਂ ਜਾਏਗਾ। ਅਬ ਤੋਂ ਮਿਟਿਆ ਨਾ ਜਾਈ, ਇਸ ਜਨਮ ਵਿੱਚ ਵੀ ਅਸੀਂ ਤੇਰੇ ਸੇਵਕ ਹਾਂ, ਇਸ ਜਨਮ ਵਿੱਚ ਵੀ ਅਸੀਂ ਤੇਰੀ ਬੰਦਗੀ ਕਰਨ ਵਾਲੇ। ਹੁਣ ਇਸ ਗੱਲ ਨੂੰ ਮਿਟਾਇਆ ਨਹੀਂ ਜਾ ਸਕਦਾ ਵੀ ਪਹਿਲਾਂ ਸੇਵਕ ਰਹੇ ਹਾਂ ਹੁਣ ਨਹੀਂ ਹਾਂ, ਜਾਂ ਹੁਣ ਨਹੀਂ ਰਹਾਂਗੇ। ਸੋ ਤਾਂ ਸਾਹਿਬ ਜੀ ਕਹਿੰਦੇ ਗਿਆਨੀ ਬੁੱਝੇ ਤਾਏ, ਗਿਆਨੀ ਪੁਰਖ ਇਸ ਗੱਲ ਨੂੰ ਬੁੱਝਦਾ ਜਾਣਦਾ ਹੈ। ਸਤਜੁਗ ਰਥ ਸੰਤੋਖ ਕਾ ਧਰਮ ਅੱਗੇ ਰਥ ਵਾਹੋ। ਸਤਜੁਗ ਦੇ ਅੰਦਰ ਸਾਹਿਬ ਜੀ ਕਹਿੰਦੇ ਸਤਜੁਗ ਸਤ ਸੰਤੋਖ ਸਰੀਰਾ, ਸਤ ਸਤ ਵਰਤੈ ਗਹਿਰ ਗੰਭੀਰਾ। ਜਦੋਂ ਸਾਹਿਬ ਦੇ ਬਚਨ ਪੜ੍ਹੀਏ, ਕਿਉਂਕਿ ਇਹਨਾਂ ਯੁੱਗਾਂ ਦੀ ਬਾਬਤ ਜਦੋਂ ਭਾਈ ਗੁਰਦਾਸ ਜੀ ਇੰਜ ਬਚਨ ਕਰਦੇ ਨੇ, ਜੁਗ ਜੁਗ ਮੇਰ ਸਰੀਰ ਕਾ ਵਾਸਨਾ ਬੱਧਾ ਆਵੇ ਜਾਏ, ਕਿ ਹਰ ਯੁੱਗ ਦੇ ਅੰਦਰ ਸਰੀਰ ਜਿਹੜਾ ਸੀ, ਜਿਵੇਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਜੁਗ ਜੁਗ ਫੇਰ ਵਟਾਈ ਹੈ। ਕਿਉਂ ਬਦਲੇ? ਭਾਈ ਗੁਰਦਾਸ ਜੀ ਕਹਿੰਦੇ ਵਾਸਨਾ ਬੱਧਾ ਆਵੇ ਜਾਏ, ਵਾਸਨਾ ਦੇ ਵਿੱਚ ਬੱਧਾ ਸੀ ਤਾਂ ਵਾਰ-ਵਾਰ ਆਉਂਦਾ ਸੀ। ਫੇਰ ਵਟਾਈ ਹੈ, ਗਿਆਨੀ ਹੋਏ ਮਰਮ ਕਉ ਪਾਏ, ਕਿ ਫੇਰ ਵਟਾਈ ਹੈ, ਵਾਰ-ਵਾਰ ਵਟਾਇਆ ਗਿਆ ਇਸ ਸਰੀਰ ਨੂੰ, ਪਰ ਕੋਈ ਗਿਆਨੀ ਹੋਏ ਮਰਮ ਕਉ ਪਾਏ, ਇਸ ਮਰਮ, ਇਸ ਰਹੱਸ, ਇਸ ਭੇਦ ਨੂੰ ਜਾਣੇ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸਤਜੁਗ ਰਥ ਸੰਤੋਖ ਕਾ। ਜਦੋਂ ਸਤਜੁਗ ਦਾ ਸਮਾਂ ਚੱਲਦਾ ਸੀ ਉਦੋਂ ਰਥ ਕੀ ਸੀ? ਸੰਤੋਖ ਰੂਪੀ ਰਥ ਸੀ। ਤੇ ਧਰਮ ਅੱਗੇ ਰਥ ਵਾਹੋ, ਇਹਨੂੰ ਖਿੱਚਣ ਵਾਲਾ ਧਰਮ ਸੀ। ਕਿਉਂਕਿ ਦੇਖੋ ਦਾਵਾ ਕੋਈ ਨਹੀਂ, ਬਹੁਤ ਵਿਆਖਿਆਕਾਰਾਂ ਟੀਕਾਕਾਰਾਂ ਨੇ, ਹਰ ਇੱਕ ਨੇ ਆਪਣੀ ਭਾਵਨਾ ਆਪਣੀ ਸਮਝ ਦੇ ਮੁਤਾਬਕ ਅਲੱਗ-ਅਲੱਗ ਅਰਥ ਕੀਤੇ ਨੇ। ਭਾਵ ਕਿਸੇ ਨੇ ਸਰੀਰ ਨੂੰ ਰਥ ਕਿਹਾ, ਉਪਨਿਸ਼ਦਾਂ ਨੇ, ਵਿਆਖਿਆਕਾਰਾਂ ਨੇ, ਜਿਨ੍ਹਾਂ ਨੇ ਉਹਨਾਂ ਨੂੰ ਫੋਲੋ ਕੀਤਾ, ਉਹਨਾਂ ਨੇ ਇਸ ਆਤਮਾ ਨੂੰ ਇਹਦਾ ਸਫ਼ਰ ਕਰਨ ਵਾਲਾ ਕਿਹਾ। ਸੋ ਖੈਰ ਜਿਤਨੀ ਕੁ ਮਾਲਕ ਨੇ ਸੋਝੀ ਦਿੱਤੀ। ਸਤਜੁਗ ਰਥ ਸੰਤੋਖ ਕਾ। ਸਤਜੁਗ ਦਾ ਸਮਾਂ ਜਦੋਂ ਚੱਲਦਾ ਸੀ, ਭਾਵੇਂ ਹਜ਼ਾਰਾਂ ਯੁੱਗ ਪਹਿਲਾਂ ਸਾਲਾਂ ਦੀ ਗੱਲ ਕਰ ਲਈਏ ਜਾਂ ਅੱਜ ਵੀ ਸਤਜੁਗ ਦੇ ਅੰਦਰ ਜਿਉਂਦਾ ਮਨੁੱਖ ਜਿਹੜਾ ਰਥ ਸੰਤੋਖ ਕਾ, ਉਹਦੇ ਕੋਲ ਸੰਤੋਖ ਰੂਪੀ ਰਥ ਹੈ। ਉਹ ਕਾਹਦੇ ਤੇ ਸਫ਼ਰ ਕਰ ਰਿਹਾ? ਸੰਤੋਖ ਦੇ ਉੱਤੇ। ਧਰਮ ਅੱਗੇ ਰਥ ਵਾਹੋ, ਤੇ ਉਹਨੂੰ ਖਿੱਚਦਾ ਸਫ਼ਰ ਤੇ ਆਤਮਾ ਹੀ ਕਰ ਰਹੀ ਹੈ।
ਸਰੀਰ ਸਤਜੁਗ ਦੇ ਅੰਦਰ ਜਿਹੜੇ ਸਰੀਰ ਸਨ ਨਾ, ਉਹਨਾਂ ਸਰੀਰਾਂ ਦੇ ਅੰਦਰ ਸਤ ਵਰਤਦਾ ਸੀ। ਉਹਨਾਂ ਸਰੀਰਾਂ ਦੇ ਕੋਲ ਸਤ ਸੀ ਤੇ ਧਰਮ ਅੱਗੇ ਰਥਵਾਹੂ, ਭਾਵ ਕਿ ਧਰਮੀ ਮਨੁੱਖ ਸਨ। ਉਹ ਸਤ ਨੂੰ ਕਮਾਉਂਦੇ ਸਨ, ਸਤ ਬੋਲਦੇ ਸਨ, ਸਤ ਨੂੰ ਸੁਣਦੇ ਸਨ, ਸਤ ਦੇ ਵਿੱਚ ਜੀਵਨ ਬਤੀਤ ਕਰਦੇ ਸਨ। ਉਹਨਾਂ ਦੇ ਕੋਲ ਸਤ ਰੂਪੀ ਧਰਮ ਸੀ। ਇਸ ਧਰਮ ਦੇ ਨਾਲ ਉਹ ਆਪਣੇ ਰਥ ਨੂੰ ਖਿੱਚਦੇ ਸਨ, ਭਾਵ ਕਿ ਰਥ ਨੂੰ ਖਿੱਚਣਾ, ਜਾਂ ਇੰਝ ਕਹਿ ਲਓ ਉਹਨਾਂ ਦਾ ਲਕਸ਼ ਕੀ ਹੁੰਦਾ ਸੀ। ਕਿਉਂਕਿ ਜਦੋਂ ਕੋਈ ਗੱਡੀ ਚੱਲਦੀ, ਰਥ ਚੱਲਦਾ, ਉਹਦਾ ਕੋਈ ਲਕਸ਼ ਹੁੰਦਾ, ਉਹਨੇ ਕਿੱਥੇ ਪਹੁੰਚਣਾ। ਤਾਂ ਦਾਤਾਰ ਪਾਤਸ਼ਾਹ ਕਹਿੰਦੇ ਉਹਨਾਂ ਦਾ ਲਕਸ਼ ਸੀ ਸਤ ਨੂੰ ਪ੍ਰਾਪਤ ਕਰਨਾ। ਇੱਕ ਤਾਂ ਸਤ 'ਚ ਜਿਉਂਦੇ ਸੀ, ਇੱਕ ਮਹਾਨ ਸਤ ਦੇ ਅੰਦਰ ਅਭੇਦ ਹੋਣਾ। ਤਾਂ ਦਾਤਾਰ ਕਹਿੰਦੇ ਉਹ ਧਰਮ ਅੱਗੇ ਰਥਵਾਹੋ, ਉਹ ਧਰਮ ਨੂੰ ਆਪਣੀ ਜ਼ਿੰਦਗੀ ਦਾ ਲਕਸ਼ ਮੰਨ ਕੇ, ਸਤ ਨੂੰ ਲਕਸ਼ ਮੰਨ ਕੇ ਇੰਜ ਤੁਰਦੇ ਸਨ। ਤ੍ਰੇਤਾ ਰਥ ਜਤੈ ਕਾ ਜੋਰ ਅੱਗੇ ਰਥਵਾਹੋ। ਤ੍ਰੇਤਾ ਦਾ ਸਮਾਂ ਆਇਆ ਤੇ ਰਥ ਜਿਹੜਾ ਸੀ ਉਹ ਜੱਤ ਦਾ ਬਣ ਗਿਆ। ਹੁਣ ਜੱਤ ਨੂੰ ਕਮਾਉਣ ਦੇ ਵਾਸਤੇ ਜ਼ੋਰ ਚਾਹੀਦਾ, ਜਾਂ ਇੰਜ ਕਹਿ ਲਓ ਜ਼ੋਰ ਨੂੰ ਕਮਾਉਣ ਦੇ ਵਾਸਤੇ ਜੱਤ ਚਾਹੀਦਾ। ਗੱਲਾਂ ਦੋਨੋਂ ਹੀ ਨੇ। ਜੇ ਮਨੁੱਖ ਦੇ ਸਰੀਰ ਵਿੱਚ ਜ਼ੋਰ ਹੈ, ਬਲ ਹੈ, ਜੇ ਉਹਦੇ ਕੋਲ ਜੱਤ ਹੋਏਗਾ ਤੇ ਉਹਦੇ ਕੋਲ ਬਲ ਹੈ। ਜੇ ਜੱਤ ਨਾ ਹੋਵੇ ਤੇ ਮਨੁੱਖ ਦੇ ਸਰੀਰ 'ਚ ਬਲ ਨਹੀਂ ਰਹਿ ਜਾਂਦਾ। ਜਦੋਂ ਵਾਸ਼ਨਾ ਵਿੱਚ ਗ੍ਰਸਿਆ ਜਾਵੇ, ਜੱਤ ਸਤ ਵਿੱਚ ਪੂਰਾ ਨਾ ਹੋਵੇ। ਤਾਂ ਤ੍ਰੇਤਾ ਦਾ ਸਮਾਂ ਆਇਆ, ਤ੍ਰੇਤਾ ਯੁੱਗ ਆਇਆ, ਤਾਂ ਰਥ ਜਤੈ ਕਾ ਜੋਰ ਅੱਗੇ ਰਥਵਾਹੋ। ਇਹ ਜੋਰ ਅੱਗੇ ਰਥਵਾਹੋ, ਇਹ ਜੋਰ ਦਾ ਰਥ ਬਣਿਆ ਤੇ ਜਤ ਇਹਦੇ ਕੋਲ ਸੀ। ਲੋਕ ਜਤ ਸਤ ਕਮਾਉਂਦੇ ਸਨ, ਜਤੀ ਸਤੀ ਸਨ। ਦੁਆਪਰ ਰਥ ਤਪੈ ਕਾ ਸਤ ਅੱਗੇ ਰਥਵਾਹੋ। ਦੁਆਪਰ ਦਾ ਸਮਾਂ ਆਇਆ ਤੇ ਤਪ ਦਾ ਰਥ ਬਣਿਆ, ਸਤ ਅੱਗੇ ਰਥਵਾਹੋ। ਸਤ ਨੂੰ ਦੁਨੀਆ ਨੇ ਫਿਰ ਕਮਾਉਣਾ ਸ਼ੁਰੂ ਕਰ ਦਿੱਤਾ। ਦਾਤਾਰ ਪਾਤਸ਼ਾਹ ਇਹਨਾਂ ਤਿੰਨਾਂ ਯੁੱਗਾਂ ਦਾ ਜ਼ਿਕਰ ਕਰਕੇ, ਜੋ ਕਲਯੁੱਗ ਹੈ, ਜੋ ਮੰਨਿਆ ਜਾਂਦਾ ਕਲਯੁੱਗ ਹੈ, ਪਰ ਜ਼ਿਕਰ ਕਰਾਂ ਕਲਯੁੱਗ ਦਾ ਭਾਵ ਇਹ ਜਦੋਂ ਤੇਰੇ ਅੰਦਰ ਵਾਸ਼ਨਾ ਹੈ, ਬਸ ਉਦੋਂ ਹੀ ਕਲਯੁੱਗ ਹੈ। ਤਾਂ ਹਜ਼ੂਰ ਕਹਿੰਦੇ ਕਲਯੁੱਗ ਰਥ ਅਗਨ ਕਾ ਕੂੜ ਅੱਗੇ ਰਥਵਾਹੋ। ਕਲਯੁੱਗ ਰਥ ਜਿਹੜਾ ਹੈ, ਭਾਵ ਕਿ ਕਲਯੁੱਗ ਦੇ ਅੰਦਰ ਰਥ ਕੀ ਹੈ? ਅਗਨੀ ਦਾ ਰਥ ਹੈ, ਭਾਵ ਕਿ ਅੱਗ ਵਾਸ਼ਨਾ ਹੈ। ਕਲਯੁੱਗ ਦੇ ਅੰਦਰ ਮਨੁੱਖ ਦੇ ਅੰਦਰ ਬਹੁਤ ਜ਼ਿਆਦਾ ਵਾਸ਼ਨਾ ਹੈ। ਤ੍ਰੇਤੇ ਯੁੱਗ ਆਇਆ ਤਾਂ ਉਸ ਵਕਤ ਤ੍ਰੇਤਾ ਰਥ ਜਤੈ ਕਾ, ਉਸ ਵਕਤ ਤ੍ਰੇਤਾ ਯੁੱਗ ਆਇਆ, ਅੰਤਰ ਜੋਰ ਪਾਇਆ, ਜਤ ਸੰਜਮ ਕਰਮ ਕਮਾਏ ਜੀਓ। ਗੁਰੂ ਅਰਜਨ ਦੇਵ ਮਹਾਰਾਜ ਦੇ ਪਾਵਨ ਬਚਨ ਨੇ। ਸੋ ਇੱਥੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਲਯੁੱਗ ਰਥ ਅਗਨ ਕਾ ਕੂੜ ਅੱਗੇ ਰਥਵਾਹੋ। ਕਲਯੁੱਗ ਦੇ ਅੰਦਰ ਵਾਸ਼ਨਾ ਸੀ ਕਿ ਕਲਯੁੱਗ ਦੇ ਅੰਦਰ ਮਨੁੱਖ ਲੋਭੀ ਹੈ, ਕਲਯੁੱਗ ਦੇ ਅੰਦਰ ਮਨੁੱਖ ਲਾਲਚੀ ਹੈ, ਕਲਯੁੱਗ ਦੇ ਅੰਦਰ ਮਨੁੱਖ ਦੇ ਅੰਦਰ ਕਈ ਪ੍ਰਕਾਰ ਦੀਆਂ ਸੰਸਾਰ ਨੂੰ ਪ੍ਰਾਪਤ ਕਰਨ ਦੀਆਂ, ਭੋਗਾਂ ਨੂੰ ਪ੍ਰਾਪਤ ਕਰਨ ਦੀਆਂ, ਲੋਭ, ਲੰਪਟ, ਲਾਲਚ, ਇਹਨਾਂ ਸਾਰਿਆਂ ਦੇ ਅੰਦਰ ਮਨੁੱਖ ਜਿਹੜਾ ਸੋ ਗਰਸਿਆ ਹੋਇਆ ਹੈ। ਤਾਂ ਦਾਤਾਰ ਪਾਤਸ਼ਾਹ ਕਹਿੰਦੇ ਕਲਯੁੱਗ ਰਥ ਜਿਹੜਾ ਉਹ ਅਗਨੀ ਦਾ ਤੇ ਕੂੜ ਅੱਗੇ ਰਥਵਾਹੋ। ਇਹਦੇ ਅੱਗੇ ਜਿਹੜਾ ਰਥਵਾਹੋ ਲੱਗਾ ਹੈ, ਚਲਾਉਣ ਵਾਲਾ ਜਿਹੜਾ ਇਹਨੂੰ, ਉਹ ਕੂੜ ਹੈ। ਕਿਉਂਕਿ ਪਿੱਛੇ ਵੀ ਸਾਹਿਬ ਜੀ ਨੇ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਸਾਰਾ ਲੰਬੇਰਾ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ। ਕੂੜ ਅੱਗੇ ਰਥਵਾਹੋ, ਕੂੜ ਰੂਪੀ ਰਥ ਜਿਹੜਾ ਇਹਦੇ ਅੱਗੇ ਅੱਗੇ ਸਾਹਿਬ ਜੀ ਕਹਿੰਦੇ ਚੱਲਦਾ ਹੈ। ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਦੇ 13ਵੇਂ ਪਾਵਨ ਸਲੋਕ ਦਾ ਪਹਿਲਾ ਪੜਾਅ ਜਿਹੜਾ ਹੈ ਗੁਰੂ ਕਿਰਪਾ ਨਾਲ ਸੰਪੂਰਨ ਹੁੰਦਾ ਹੈ। ਅਗਲੇ ਪੜਾਅ ਅੰਦਰ ਸਾਹਿਬ ਜੋ ਆਸੀਸ ਬਖਸ਼ਦੇ ਹਨ, ਆਓ ਸਰਵਣ ਕਰੀਏ।